ਹੈਲੋ ਫਰੈਂਡਸ, ਦਿਸ ਇਜ਼ ਹਰਵਿੰਦਰ ਸਿੰਘ ਐਂਡ ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 11th ਇੰਗਲਿਸ਼ ਦਾ ਚੈਪਟਰ ਜਿਸ ਦਾ ਨਾਮ ਹੈ ਨੋ ਟਾਈਮ ਫॉर ਫੀਅਰ, ਜਿਸ ਦੇ ਰਾਈਟਰ ਹਨ ਫਿਲਿਪ ਯਾਨਸੇ। ਦੋਸਤੋ, ਇਹ ਕਹਾਣੀ ਇੱਕ ਯੰਗ ਕੈਨੇਡੀਅਨ ਮੈਲਕਮ ਦੀ ਹੈ ਜੋ ਆਪਣੀ ਦੋਸਤ ਬਾਰਬ ਨੂੰ ਗ੍ਰਿਜ਼ਲੀ ਕੌਣ ਹੁੰਦਾ, ਬੀਅਰ ਜਾਂ ਭਾਲੂ ਤੋਂ ਬਚਾਉਂਦਾ ਹੈ ਤੇ ਉਹ ਗ੍ਰਿਜ਼ਲੀ ਦਾ ਮੁਕਾਬਲਾ ਕਰਦਾ ਜਿਸ ਵਿੱਚ ਹੀ ਵਾਸ ਰਿਡਿਊਸ ਟੂ ਫ੍ਰੀਕ ਹੀ ਹੁੰਦਾ ਇੱਕ ਡਰਾਉਣਾ ਜਾਂ ਅਸਾਧਾਰਨ ਬੰਦਾ। क्यों ਇਹ ਲਿਖਿਆ ਗਿਆ? ਕਿਉਂਕਿ ਉਸਦੇ ਫੇਸ ਦਾ ਸਟਰਕਚਰ ਬਿਲਕੁਲ ਖਰਾਬ ਹੋ ਜਾਂਦਾ ਹੈ। ਫਿਰ ਵੀ ਬਾਰਬ ਉਸ ਨੂੰ ਪਿਆਰ ਕਰਦੀ ਹੈ ਤੇ ਉਸ ਨਾਲ ਵਿਆਹ ਕਰਦੀ ਹੈ। ਤੇ ਦੋਸਤੋ, ਹੁਣ ਅਸੀਂ ਦੇਖਾਂਗੇ ਕਿ ਕਹਾਣੀ ਵਿੱਚ ਕੀ ਹੁੰਦਾ ਹੈ। ਤੇ ਨਾ ਦੋ ਯੰਗ ਕੈਨੇਡੀਅਨਸ ਹੁੰਦੇ ਨੇ, ਮਾਲਕਮ ਅਤੇ ਬਾਰਬ। ਉਹ ਆਪਣੀ ਲੌਂਗੈਸਟ ਡੇਟ ਤੇ ਜਾ ਰਹੇ ਹੁੰਦੇ ਨੇ। ਕਿੱਧਰ ਜਾ ਰਹੇ ਹੁੰਦੇ ਨੇ? ਹਾਈਕ ਹੁੰਦਾ ਲੰਬੀ ਪੈਦਲ ਯਾਤਰਾ ਟੂ ਬਾਲੂ ਪਾਸ 2050 ਮੀਟਰਸ ਅਪ ਇਨ ਬ੍ਰਿਟਿਸ਼ ਕੋਲੰਬੀਆ ਗਲੇਸ਼ੀਅਰ ਨੈਸ਼ਨਲ ਪਾਰਕ। ਇੱਕ ਪਹਾੜੀ ਤੇ ਜਾ ਰਹੇ ਹੁੰਦੇ ਨੇ ਤੇ ਯਾਤਰਾ ਟੌਪ ਤੱਕ ਬਹੁਤ ਸਮੂਥ ਚੱਲਦੀ ਹੈ, ਬਹੁਤ ਈਜ਼ੀਲੀ ਉਹ ਟੌਪ ਤੱਕ ਪਹੁੰਚ ਜਾਂਦੇ ਨੇ। ਪਰ ਬਾਅਦ ਵਿੱਚ ਸਨੋ ਫਲਰੀ ਬਰਫ਼ਬਾਰੀ ਪੈ ਜਾਂਦੀ ਹੈ ਤੇ ਉਹਨਾਂ ਨੂੰ ਇੱਕ ਰਾਤ ਐਲਪਾਈਨ ਕੈਬਿਨ ਕੀ ਹੁੰਦਾ, ਪਹਾੜਾਂ ਵਿੱਚ ਬਣੀ ਹੋਈ ਇੱਕ ਝੋਪੜੀ ਟਾਈਪ ਕੈਬਿਨ, ਉਸ ਵਿੱਚ ਰੁਕਣਾ ਪੈਂਦਾ। ਤੇ ਮਾਲਕਮ ਅਤੇ ਬਾਰਬ ਅਗਲੀ ਸਵੇਰੇ ਗੱਲਾਂ ਕਰ ਰਹੇ ਹੁੰਦੇ ਨੇ ਤੇ ਉਹ ਇੱਕ ਦੂਜੇ ਤੋਂ 2 ਮਹੀਨੇ ਪਹਿਲਾਂ ਹੀ ਮਿਲੇ ਹੁੰਦੇ ਨੇ। ਤੇ 1 ਅਕਤੂਬਰ 1971 ਦਾ ਦਿਨ ਹੁੰਦਾ। ਸਮਰ ਸੀਜ਼ਨ ਜਸਟ ਖਤਮ ਹੀ ਹੋਇਆ ਹੁੰਦਾ ਤੇ ਕੈਬਿਨ ਵਿੱਚ ਕੋਈ ਵੀ ਅਨਸ਼ਟਰਡ ਹੁੰਦਾ, ਖੁੱਲ ਸਕਣ ਵਾਲੀ ਖਿੜਕੀ ਨਹੀਂ ਸੀ। ਇਸ ਕਰਕੇ ਮੈਲਕਮ ਬਾਰ-ਬਾਰ ਦਰਵਾਜ਼ਾ ਖੋਲ੍ਹ ਕੇ ਚੈੱਕ ਕਰ ਰਿਹਾ ਸੀਗਾ ਕਿ ਬਰਫ਼ਬਾਰੀ ਰੁਕੀ ਕਿ ਨਹੀਂ। ਤੇ ਬਰਫ਼ਬਾਰੀ ਰੁਕ ਜਾਂਦੀ ਹੈ। ਫਿਰ ਉਹਨਾਂ ਨੇ ਪਹਾੜੀ ਤੋਂ ਥੱਲੇ ਉਤਰਨਾ ਸ਼ੁਰੂ ਕਰਦੇ ਹਨ। ਤੇ ਬਾਰਬ ਨੇ ਨੀ ਹਾਈ ਬੂਟਸ, ਬਹੁਤ ਉੱਚੇ ਬੂਟ ਪਾਏ ਹੁੰਦੇ ਨੇ ਤੇ ਉਹ ਬਰਫ਼ ਵਿੱਚ ਕਾਫੀ ਜ਼ਿਆਦਾ ਸਲਿੱਪ ਹੈ ਉਹ ਕਰ ਰਹੀ ਹੁੰਦੀ ਹੈ। ਤੇ 2 ਘੰਟੇ ਵਿੱਚ ਅੱਧੇ ਰਸਤੇ ਤੇ ਪਹੁੰਚ ਜਾਂਦੇ ਨੇ। ਫਿਰ ਉਹ ਥੋੜੀ ਦੇਰ ਰੁਕਦੇ ਨੇ, ਗਰਮੀ ਕਾਫੀ ਪੈ ਰਹੀ ਹੁੰਦੀ ਹੈ ਤੇ ਉਹ ਆਪਣੇ ਕੋਟ ਉਤਾਰ ਕੇ ਆਪਣੀ ਵੇਸਟ ਕਮਰ ਤੇ ਬੰਨ੍ਹ ਲੈਂਦੇ ਹਨ। ਫਿਰ ਉਸ ਤੋਂ ਬਾਅਦ ਵਾਟਰਫਾਲ ਆਉਂਦਾ ਤੇ ਦੋਵੇਂ ਵਾਟਰਫਾਲ ਵਿੱਚ ਖੇਡਦੇ ਹਨ ਤੇ ਇੱਕ ਦੂਜੇ ਉੱਪਰ ਪਾਣੀ ਸਪਲੈਸ਼ ਕਰਦੇ ਹਨ ਤੇ ਕਾਫੀ ਇੰਜੋਏ ਕਰਦੇ ਹਨ। ਤੇ 100 ਮੀਟਰ ਥੱਲੇ ਆ ਕੇ ਮਾਲਕਮ ਇਹ ਦੇਖਦਾ ਕਿ ਉਹਨਾਂ ਤੋਂ ਸਿਰਫ 20 ਮੀਟਰ ਦੀ ਦੂਰੀ ਤੇ ਬੀਅਰ ਦੇ ਬੱਚੇ, ਭਾਲੂ ਦੇ ਬੱਚੇ ਖੇਡ ਰਹੇ ਹਨ। ਤੇ ਇੱਕ ਦਿਨ ਪਹਿਲਾਂ ਹੀ ਮੈਲਕਮ ਅਤੇ ਬਾਰਬ ਨੇ ਬੀਅਰਸ ਦੇ ਬੱਚਿਆਂ ਨੂੰ ਉਹਨਾਂ ਦੀ ਮਾਂ ਗ੍ਰਿਜ਼ਲੀ ਨਾਲ ਵੇਖਿਆ ਸੀ ਤੇ ਗ੍ਰਿਜ਼ਲੀ ਉਹਨਾਂ ਤੇ ਚਲਾ ਵੀ ਰਹੀ ਸੀ, ਪਰ ਉਹ ਕਾਫੀ ਜ਼ਿਆਦਾ 1.5 ਕਿਲੋਮੀਟਰ ਉਸ ਸਮੇਂ ਦੂਰ ਸੀ। ਪਰ ਹੁਣ ਕਿਉਂਕਿ ਬੱਚੇ ਕਾਫੀ ਨੇੜੇ ਸਨ ਤੇ ਗ੍ਰਿਜ਼ਲੀ ਉਹਨਾਂ ਦੇ ਨੇੜੇ ਵੀ ਹੋ ਸਕਦੀ ਸੀ। ਤੇ ਮੈਲਕਮ ਨੇ ਇਹ ਸੋਚਿਆ ਵੀ ਉਹ ਚੁੱਪਚਾਪ ਲੰਘ ਜਾਣਗੇ, ਪਰ ਅਚਾਨਕ ਤੋਂ ਚਲਾਉਂਦੇ ਹੋਏ ਗ੍ਰਿਜ਼ਲੀ ਆ ਜਾਂਦੀ ਹੈ ਤੇ ਮਾਲਕਮ ਉਸ ਨੂੰ ਸਨੋ ਬੈਂਕ ਪਹਾੜੀ ਦੇ ਕੋਨੇ ਤੇ ਧਕੇਲ ਦਿੰਦਾ। ਫਿਰ ਗ੍ਰਿਜ਼ਲੀ ਦੁਬਾਰਾ ਅਟੈਕ ਕਰਦੀ ਹੈ ਤੇ ਹੁਣ ਗ੍ਰਿਜ਼ਲੀ ਦਾ ਮੂੰਹ ਖੁੱਲ੍ਹਾ ਹੁੰਦਾ, ਉਸਦੇ ਮੂੰਹ ਵਿੱਚੋਂ ਝੱਗ ਫੋਮ ਵੀ ਆ ਰਹੀ ਹੁੰਦੀ ਹੈ ਤੇ ਗ੍ਰਿਜ਼ਲੀ ਇਸ ਤਰ੍ਹਾਂ ਸਵੈਟ ਕਰਦੀ ਹੈ, ਇਸ ਤਰ੍ਹਾਂ ਉਸਦੇ ਚਪੇਟ ਮਾਰਦੀ ਹੈ ਮੈਲਕਮ ਦੇ ਕਿ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਜਾਂਦਾ। ਤੇ ਮੈਲਕਮ ਫਿਰ ਉੱਠ ਕੇ ਦੇਖਦਾ ਕਿ ਉਹ 3 ਮੀਟਰ ਦੂਰ ਜਾ ਚੁੱਕਾ ਹੈ ਤੇ ਬਾਰਬ ਹੈ ਫੇਸ ਡਾਊਨ ਵਿੱਚ ਉਲਟੀ ਹੋ ਕੇ ਮੋਸ਼ਨਲੈਸ ਬੈਠੀ ਹੁੰਦੀ ਹੈ ਤੇ ਜਿਹੜੀ ਗ੍ਰਿਜ਼ਲੀ ਹੈ ਉਸਦੇ ਪੈਰ ਉੱਪਰ ਖੜੀ ਹੁੰਦੀ ਹੈ ਤੇ ਬੈਕ ਆਫ ਨੈਕ, ਉਸਦੀ ਗਰਦਨ ਦੇ ਪਿੱਛੇ ਉਸ ਨੂੰ ਵੱਢ ਰਹੀ ਹੁੰਦੀ ਹੈ, ਦੰਦਾਂ ਨਾਲ ਉਸ ਨੂੰ ਵੱਢ ਰਹੀ ਹੁੰਦੀ ਹੈ। ਤੇ ਮੈਲਕਮ ਹੁਣ ਇਹ ਸੋਚਦਾ ਕਿ ਹੁਣ ਦੇਰ ਇਜ਼ ਨੋ ਟਾਈਮ ਫॉर ਫੀਅਰ, ਹੁਣ ਡਰਨ ਦਾ ਕੋਈ ਸਮਾਂ ਹੀ ਨਹੀਂ ਹੈ। ਤੇ ਉਹ ਆਪਣੀ ਬੈਲਟ ਤੋਂ ਇੱਕ ਹੰਟਿੰਗ ਨਾਈਫ, ਇੱਕ ਚਾਕੂ ਕੱਢਦਾ ਤੇ ਗ੍ਰਿਜ਼ਲੀ ਦੇ ਉੱਪਰ ਉਹ ਜੰਪ ਕਰਦਾ ਤੇ ਉਸਦੀ ਨੈਕ ਤੇ, ਉਸਦੇ ਗਰਦਨ ਤੇ ਚਾਕੂ ਘਸੇੜ ਦਿੰਦਾ। ਤੇ ਗ੍ਰਿਜ਼ਲੀ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ, ਗੁੱਸੇ ਨਾਲ ਚਲਾ ਕੇ ਪਿੱਛੇ ਮੁੜਦੀ ਹੈ। ਫਿਰ ਜਦੋਂ ਗ੍ਰਿਜ਼ਲੀ ਪਿੱਛੇ ਮੁੜਦੀ ਹੈ ਤੇ ਛੁਰੀ ਹੈ ਉਹ ਕਾਫੀ ਜ਼ਿਆਦਾ ਦੂਰ ਜਾ ਡਿੱਗਦੀ ਹੈ ਤੇ ਮੈਲਕਮ ਦੀ ਰਿਸਟ, ਉਸਦੀ ਕਲਾਈ ਵੀ ਟੁੱਟ ਜਾਂਦੀ ਹੈ। ਫਿਰ ਗ੍ਰਿਜ਼ਲੀ ਕੀ ਕਰਦੀ ਹੈ, ਮੈਲਕਮ ਨੂੰ ਆਪਣੇ ਪਾਵਸ ਨਾਲ, ਆਪਣੇ ਪੰਜਿਆਂ ਨਾਲ ਫੜਦੀ ਹੈ ਤੇ ਉਸ ਨੂੰ ਆਪਣੀ ਚੈਸਟ ਨਾਲ ਸਕਵੀਜ਼ ਕਰਦੀ ਹੈ। ਤੇ ਦੋਸਤੋ, ਭਾਲੂ ਕਿਸ ਤਰ੍ਹਾਂ ਸ਼ਿਕਾਰ ਕਰਦੇ ਨੇ ਕਿ ਉਹ ਆਪਣੇ ਸ਼ਿਕਾਰ ਨੂੰ ਇਸ ਤਰ੍ਹਾਂ ਫੜਦੇ ਨੇ ਤੇ ਇਸ ਤਰ੍ਹਾਂ ਉਹ ਜਕੜ ਲੈਂਦੇ ਨੇ ਤੇ ਇਸ ਤਰ੍ਹਾਂ ਉਹ ਆਪਣੇ ਪ੍ਰੇ ਦਾ ਆਪਣਾ ਸ਼ਿਕਾਰ ਹੈ ਉਹ ਕਰਦੇ ਨੇ। ਤੇ ਇਸ ਤਰ੍ਹਾਂ ਹੀ ਉਹ ਕਰਦੀ ਹੈ। ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ, ਉਹ ਆਪਣੇ ਪੰਜਿਆਂ ਨਾਲ ਮੈਲਕਮ ਦੇ ਮੂੰਹ ਤੇ ਵਾਰ ਕਰਦੀ ਹੈ ਤੇ ਇਸ ਤਰ੍ਹਾਂ ਵਾਰ ਕਰਦੀ ਹੈ ਕਿ ਮੈਲਕਮ ਦੇ ਜਿਹੜੇ ਵਾਲ ਹੁੰਦੇ ਨੇ ਉਹ ਵਿਗ ਵਾਂਗ, ਜਿਵੇਂ ਵਿਗ ਡਿੱਗ ਜਾਂਦਾ ਉਸ ਤਰ੍ਹਾਂ ਡਿੱਗ ਜਾਂਦੇ ਨੇ ਤੇ ਉਸਦੀ ਖੋਪੜੀ ਦਾ, ਮੈਲਕਮ ਦੀ ਖੋਪੜੀ ਦਾ ਕਾਫੀ ਜ਼ਿਆਦਾ ਹਿੱਸਾ ਵੀ ਡੈਮੇਜ ਹੋ ਜਾਂਦਾ ਅਤੇ ਉਸਦੀ ਸਕਿਨ ਵੀ ਕਾਫੀ ਲਟਕ ਰਹੀ ਹੁੰਦੀ ਹੈ, ਫੇਸ ਦੀ ਸਕਿਨ ਵੀ ਕਾਫੀ ਲਟਕ ਰਹੀ ਹੁੰਦੀ ਹੈ। ਤੇ ਹੁਣ ਮੈਲਕਮ ਹੈ ਜਕੜਿਆ ਹੋਇਆ ਰੋਲ ਕਰਕੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਗ੍ਰਿਜ਼ਲੀ ਆਪਣੇ ਦੰਦਾਂ ਨਾਲ ਉਸਦੀ ਨੈਕ ਤੇ ਸ਼ੋਲਡਰਸ ਤੇ, ਉਸਦੇ ਗਰਦਨ ਅਤੇ ਮੋਢੇ ਤੇ ਵੀ ਅਟੈਕ ਕਰਨ ਲੱਗਦੀ ਹੈ। ਤੇ ਹੁਣ ਮੈਲਕਮ ਹੈ ਗ੍ਰਿਜ਼ਲੀ ਦੇ ਨੱਕ ਤੇ ਜੈਬ ਕਰਦਾ, ਉਸਦੀ ਨੱਕ ਤੇ ਉਹ ਮੁੱਕਾ ਮਾਰਦਾ, ਪਰ ਉਸਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਗ੍ਰਿਜ਼ਲੀ ਤੇ ਬਹੁਤ ਪਾਵਰਫੁਲ ਹੈ, ਭਾਲੂ ਤੇ ਬਹੁਤ ਪਾਵਰਫੁਲ ਹੁੰਦਾ। ਤੇ ਹੁਣ ਕੀ ਹੁੰਦਾ ਕਿ ਮੈਲਕਮ ਨੇ ਹਾਰ ਮੰਨ ਲੈਂਦਾ ਤੇ ਉਹ ਆਪਣੀ ਅੱਖਾਂ ਬੰਦ ਕਰ ਲੈਂਦਾ ਤੇ ਇਹ ਸੋਚਦਾ ਕਿ ਹੁਣ ਸਭ ਕੁਝ ਖਤਮ ਹੋ ਗਿਆ। ਤੇ ਗ੍ਰਿਜ਼ਲੀ ਕੀ ਕਰਦੀ, ਗ੍ਰਿਜ਼ਲੀ 1-2 ਵਾਰ ਹੋਰ ਉਸ ਨੂੰ ਮਾਰਦੀ ਹੈ ਤੇ ਗ੍ਰਿਜ਼ਲੀ ਇਹ ਸੋਚਦੀ ਹੈ ਕਿ ਹੁਣ ਇਹ ਮਰ ਚੁੱਕਿਆ, ਮੈਲਕਮ ਮਰ ਚੁੱਕਿਆ ਤੇ ਉਸ ਉੱਪਰ ਡਰਟ, ਮਿੱਟੀ ਅਤੇ ਟਵਿਗਸ, ਟਾਹਣੀਆਂ ਰੱਖ ਦਿੰਦੀ ਹੈ ਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਉਹ ਚਲੀ ਜਾਂਦੀ ਹੈ। ਤੇ ਮੈਲਕਮ ਕ੍ਰੀਕ ਕੀ ਹੁੰਦਾ, ਜਿਹੜੀ ਉੱਪਰੋਂ ਥੱਲੇ ਪਾਣੀ ਦੀ ਧਾਰੀ ਬਹਿ ਰਹੀ ਹੁੰਦੀ ਹੈ ਤੇ ਉਸਦੇ ਅੱਧਾ ਅੰਦਰ ਹੁੰਦਾ, ਅੱਧਾ ਬਾਹਰ ਹੁੰਦਾ। ਤੇ ਉਹ ਬਾਰਬ ਤੋਂ ਪੁੱਛਦਾ ਹੈ ਕਿ ਉਹ ਠੀਕ ਹੈ ਤੇ ਬਾਰਬ ਕ੍ਰੋਲ ਕਰਦੀ ਹੋਈ ਉਸ ਕੋਲ ਆਉਂਦੀ ਹੈ ਤੇ ਉਸ ਨੂੰ ਆਪਣਾ ਕੋਟ ਦਿੰਦੀ ਹੈ ਤੇ ਦੇਖਦੀ ਉਹ ਕਾਫੀ ਜ਼ਿਆਦਾ ਇੰਜਰਡ ਹੋ ਚੁੱਕਿਆ ਤੇ ਉਹ ਹੈਲਪ ਲਈ ਉਹ ਲੌਜ ਚਲੀ ਜਾਂਦੀ ਹੈ।
ਤੇ ਮਾਲਕਮ ਦੇਖਦਾ ਵੀ ਉਸਨੂੰ ਕੀ ਡੈਮੇਜ ਹੋਇਆ ਤੇ ਉਸਦੀ ਰਿਸਟ ਕਲਾਈ ਟੁੱਟੀ ਹੋਈ ਸੀ, ਉਸਦੀ ਨੀ ਕੈਪ ਉਸਦਾ ਗੋਡਾ ਵੀ ਟੁੱਟਾ ਹੋਇਆ ਸੀ ਤੇ ਉਸਨੂੰ ਆਪਣੇ ਦੰਦ ਵੀ ਜੀਭ ਨਾਲ ਫੀਲ ਨਹੀਂ ਸੀ ਹੋ ਰਹੇ ਤੇ ਇੱਕ ਅੱਖ ਨਾਲ ਉਸਨੂੰ ਦਿਖ ਰਿਹਾ ਸੀਗਾ ਉਹ ਵੀ ਥੋੜਾ ਥੋੜਾ ਤੇ ਉਸਦੀ ਅੱਖ ਵੀ ਆਪਣੇ ਆਪ ਹੀ ਬੰਦ ਹੋ ਰਹੀ ਸੀ ਤੇ ਹੱਥ ਨਾਲ ਅੱਖ ਨੂੰ ਖੋਲ ਰਿਹਾ ਸੀ ਤੇ ਉਸਦੇ ਫੇਸ ਦੀ ਸਕਿਨ ਵੀ ਲਟਕ ਰਹੀ ਸੀ ਤੇ ਉਹ ਇਹ ਸੋਚਦਾ ਕਿ ਉਹ ਹੈਵਰਸੈਕ ਕੀ ਹੁੰਦਾ ਸਮਾਨ ਰੱਖਣ ਵਾਲਾ ਝੋਲਾ, ਉਸਨੂੰ ਐਜ਼ ਅ ਬੈਂਡੇਜ ਯੂਜ਼ ਕਰ ਲੈ, ਉਸਦੀ ਪੱਟੀ ਬਣ ਲੈ ਤੇ ਉਹ ਇਹ ਸੋਚ ਰਿਹਾ ਹੁੰਦਾ ਕਿ ਉਹ ਜਿੰਦਾ ਵੀ ਰਹੂਗਾ ਜਾਂ ਨਹੀਂ ਤੇ ਜਿੰਦਾ ਰਿਹਾ ਤਾਂ ਉਹ ਕਿਸ ਤਰ੍ਹਾਂ ਦਿਖੂਗਾ ਕਿਉਂਕਿ ਉਹ ਬੁਰੀ ਤਰ੍ਹਾਂ ਉਸਦਾ ਫੇਸ ਡੈਮੇਜ ਹੋ ਚੁੱਕਿਆ। ਤੇ ਬਾਰਬ ਲੌਜ ਵਿੱਚ ਜਾਂਦੀ ਹੈ ਤੇ ਲੌਜ ਵਿੱਚ ਵਾਰਡਨ, ਗੈਸਟ ਅਤੇ ਫੈਲੋ ਵਰਕਰਸ ਇਕੱਠੇ ਹੋ ਜਾਂਦੇ ਨੇ ਤੇ ਬਾਰਬ ਉਹਨਾਂ ਨੂੰ ਸਾਰੀ ਗੱਲ ਦੱਸਦੀ ਹੈ ਤੇ 1.5 ਘੰਟੇ ਤੱਕ ਮੈਲਕਮ ਹੈ ਦਰਖਤ ਦੇ ਆਸਰੇ ਬੈਠਾ ਹੁੰਦਾ ਤੇ ਪਹਿਲਾਂ ਉਸਨੂੰ ਵਾਕੀ ਟੋਕੇ ਦਾ ਖੜਖੜ ਦੀ ਆਵਾਜ਼ ਸੁਣਾਈ ਦਿੰਦੀ, ਉਸਨੂੰ ਪਤਾ ਲੱਗ ਜਾਂਦਾ ਕਿ ਮੇਰੇ ਲਈ ਮਦਦ ਹੈ, ਉਹ ਆਉਣ ਵਾਲੀ ਹੈ। ਫਿਰ ਵਾਰਡਨ ਗੋਡੀ ਪੈਟੋ ਆਉਂਦਾ ਤੇ ਉਹ ਮਾਲਕਮ ਦਾ ਚੰਗਾ ਮਿੱਤਰ ਹੁੰਦਾ ਤੇ ਉਹ ਕਹਿੰਦਾ ਕਿ ਮੈਂ ਤੈਨੂੰ ਹੀ ਲੱਭ ਰਿਹਾ ਸੀ, ਹਾਊ ਆਰ ਯੂ ਡੂਇੰਗ। ਤੇ ਮਾਲਕਮ ਕਹਿੰਦਾ ਕਿ ਆਈ ਐਮ ਓਕੇ ਪਰ ਮੈਨੂੰ ਥੋੜੀ ਭੁੱਖ ਲੱਗੀ ਹੋਈ ਹੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਗੋਡੀ ਨੂੰ ਕਹਿੰਦਾ ਕਿ ਮੇਰੀ ਨਾ ਰਿਸਟ, ਮੇਰੀ ਕਲਾਈ ਵੀ ਟੁੱਟੀ ਹੋਈ ਹੈ ਤੇ ਫਿਰ ਗੋਡੀ ਇਹ ਦੇਖਦਾ ਕਿ ਮੈਲਕਮ ਦਾ ਫੇਸ ਹੈ ਉਹ ਬੁਰੀ ਤਰ੍ਹਾਂ ਡੈਮੇਜ ਹੈ। ਫਿਰ ਨੈਡ ਕਲੋ ਆਉਂਦਾ, ਨੈਡ ਕਲੋ ਕੌਣ ਹੁੰਦਾ, ਇੱਕ ਫਸਟ ਏਡ ਅਟੈਂਡੈਂਟ ਹੁੰਦਾ ਤੇ ਉਹ ਆਉਂਦਾ, ਉਹ ਮਾਲਕਮ ਦੇ ਚਿਹਰੇ ਨੂੰ ਰੈਪ ਕਰਦਾ, ਪੱਟੀ ਵਗੈਰਾ ਕਰਦਾ, ਪੈਰਾਂ ਤੇ ਵੀ ਉਹ ਪੱਟੀ ਕਰਦਾ ਤੇ ਉਸਨੂੰ ਸਟ੍ਰੈਚਰ ਤੇ ਬਿਠਾਉਂਦਾ ਤੇ ਫਿਰ ਰੈਸਕਿਊ ਹੈਲੀਕਾਪਟਰ ਨੂੰ ਰੇਡੀਓ ਮੈਸੇਜ ਭੇਜਿਆ ਜਾਂਦਾ ਤੇ ਰੈਸਕਿਊ ਹੈਲੀਕਾਪਟਰ ਆਉਂਦਾ ਤੇ ਮੈਲਕਮ ਨੂੰ ਰੈਵਲਸਟੌਕ ਦੇ ਕੁਈਨ ਵਿਕਟੋਰੀਆ ਹਸਪੀਟਲ ਵਿੱਚ ਲੈ ਜਾਇਆ ਜਾਂਦਾ ਤੇ ਉਸਦਾ ਐਮਰਜੈਂਸੀ ਆਪਰੇਸ਼ਨ ਹੁੰਦਾ ਜੋ ਕਿ 7 ਘੰਟੇ ਚੱਲਦਾ ਤੇ ਉਸਦੀ ਬੋਡੀ ਵਿੱਚ 1000 ਤੋਂ ਵੀ ਵੱਧ ਸਟਿਚਸ ਟਾਂਕੇ ਲੱਗਦੇ ਹਨ ਤੇ ਡਾਕਟਰ ਨੂੰ ਇਹ ਲੱਗਦਾ ਕਿ ਉਸਦੇ ਫੇਸ ਨੂੰ ਰੀਸਟੋਰ ਕਰਨਾ ਇੱਕ ਜ਼ਿਗਜ਼ਾ ਪਜ਼ਲ ਸੋਲਵ ਕਰਨ ਦੀ ਤਰ੍ਹਾਂ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ, ਮੈਲਕਮ ਨੂੰ ਉਸਦੇ ਹੋਮ ਟਾਊਨ ਐਡਮੌਂਟਨ ਦੇ ਹਸਪੀਟਲ ਵਿੱਚ ਲੈ ਜਾਇਆ ਜਾਂਦਾ ਤੇ ਉਹ ਪਹਿਲੇ ਕੁਝ ਹਫ਼ਤਿਆਂ ਬਾਰੇ ਤੇ ਉਸਨੂੰ ਕੁਝ ਯਾਦ ਹੀ ਨਹੀਂ ਹੁੰਦਾ। ਕਿਉਂ ਨਹੀਂ ਯਾਦ ਹੁੰਦਾ? ਕਿਉਂਕਿ ਉਸਨੂੰ ਹੈਵੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਉਹ ਕਦੇ ਡ੍ਰੀਮਸ ਵਿੱਚ ਹੁੰਦਾ ਤੇ ਕਦੇ ਉਹ ਸੈਮੀ ਕੌਨਸ਼ੀਅਸ ਸਟੇਟ ਵਿੱਚ ਹੁੰਦਾ ਤੇ ਫਿਰ ਉਸਦੀਆਂ ਪੱਟੀਆਂ ਖੁੱਲਦੀਆਂ ਹਨ ਤੇ ਉਹ ਆਪਣੇ ਫੇਸ ਨੂੰ ਸ਼ੀਸ਼ੇ ਵਿੱਚ ਦੇਖਦਾ ਤੇ ਲਿਖਿਆ ਹੋਇਆ ਕਿ ਇਟ ਆਲਮੋਸਟ ਮੇਡ ਹਿਮ ਸਿਕ, ਕਿ ਉਸਦਾ ਦਿਲ ਘਬਰਾ ਜਾਂਦਾ। ਕਿ ਕਿਉਂ ਘਬਰਾ ਜਾਂਦਾ? ਕਿਉਂਕਿ ਉਸਦੀ ਆਰਮਸ ਦੀ ਮਸਲ ਅਤੇ ਲੈਗ ਦੀ ਸਕਿਨ ਤੋਂ ਉਸਦੇ ਫੇਸ ਦਾ ਡੈਮੇਜ ਰਿਪੇਅਰ ਕੀਤਾ ਜਾਂਦਾ ਤੇ ਉਹ ਇਹ ਦੇਖਦਾ ਕਿ ਹੁਣ ਉਸਦੇ ਵਾਲ ਵੀ ਨਹੀਂ ਹੁੰਦੇ ਤੇ ਉਸਦੇ ਫੇਸ 'ਤੇ ਵੀ ਕਾਫੀ ਨਿਸ਼ਾਨ ਹੁੰਦੇ ਹਨ ਤੇ ਉਹ ਆਪਣੇ ਆਪ ਨੂੰ ਕਾਫੀ ਰਿਜੈਕਟਿਡ ਫੀਲ ਕਰਦਾ ਤੇ ਆਪਣੇ ਆਪ ਤੋਂ ਅਤੇ ਦੁਨੀਆ ਤੋਂ ਨਫ਼ਰਤ ਕਰਨ ਲੱਗਦਾ ਤੇ ਉਹ ਬਾਰਬ ਦੀ ਚਿੱਠੀਆਂ ਦਾ ਰਿਸਪੌਂਡ ਵੀ ਨਹੀਂ ਸੀ ਕਰ ਰਿਹਾ ਹੁੰਦਾ ਤੇ ਉਹ ਸੋਚਦਾ ਹੈ ਕਿ ਹਾਊ ਕੁਡ ਐਨੀਵਨ ਲਵ ਸੱਚ ਅ ਫ੍ਰੀਕ, ਇੱਕ ਡਰਾਉਣੇ ਅਸਾਧਾਰਨ ਬੰਦੇ ਨਾਲ ਕੌਣ ਪਿਆਰ ਕਰ ਸਕਦਾ। ਤੇ ਕੀ ਹੁੰਦਾ ਕਿ ਬਾਰਬ ਉਸਨੂੰ ਹਫ਼ਤੇ ਵਿੱਚ 5 ਤੋਂ 7 ਚਿੱਠੀਆਂ ਲਿਖਦੀ ਹੈ ਪਰ ਉਹ ਕੋਈ ਰਿਸਪੌਂਡ ਨਹੀਂ ਕਰਦਾ। ਤੇ ਹੁਣ ਇੱਕ ਦਿਨ ਕੀ ਹੁੰਦਾ, ਇੱਕ ਦਿਨ ਕ੍ਰਿਸਮਸ ਦੇ ਨੇੜੇ ਬਾਰਬ 1250 1250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਕੋਲ ਮੈਲਕਮ ਕੋਲ ਉਸਦੇ ਹਸਪੀਟਲ ਮਿਲਣ ਆਉਂਦੀ ਹੈ ਤੇ ਉਹ ਕਾਫੀ ਦੇਰ ਤੱਕ ਗੱਲਾਂ ਕਰਦੇ ਹਨ ਤੇ ਮੈਲਕਮ ਵਾਸ ਸਟਬਰਨਲੀ ਅਲੂਫ, ਕਿ ਉਹ ਆਪਣੀ ਜ਼ਿੱਦ ਕਾਰਨ ਇੱਕ ਅਲੱਗ ਹੀ ਬੈਠਾ ਹੁੰਦਾ ਤੇ ਉਹ ਇਹ ਸੋਚ ਰਿਹਾ ਹੁੰਦਾ, ਪਿਛਲੇ ਸਮੇਂ ਨੂੰ ਯਾਦ ਕਰ ਰਿਹਾ ਹੁੰਦਾ ਤੇ ਇਹ ਸੋਚ ਰਿਹਾ ਹੁੰਦਾ ਕਿ ਬਾਰਬ ਮੈਨੂੰ ਹੁਣ ਵੀ ਪਿਆਰ ਕਰਦੀ ਹੈ ਜਾਂ ਨਹੀਂ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਨਵਰੀ ਵਿੱਚ ਮੈਲਕਮ ਨੂੰ ਬਾਪ ਦੀ ਚਿੱਠੀ ਆਉਂਦੀ ਹੈ ਤੇ ਉਸ ਵਿੱਚ ਮੈਰਿਜ ਪ੍ਰਪੋਜ਼ਲ ਹੁੰਦਾ ਤੇ ਇਸ ਵਿੱਚ ਇਹ ਲਿਖਿਆ ਹੁੰਦਾ ਕਿ ਇਟਸ ਅ ਲੀਪ ਈਅਰ। ਤੇ ਹੁਣ ਇਹ ਲਿਖਣ ਦਾ ਕੀ ਸਿਗਨੀਫੀਕੈਂਸ ਹੈ ਕਿ ਇਟਸ ਅ ਲੀਪ ਈਅਰ? ਕੀ ਹੁੰਦਾ ਕਿ ਪੱਛਮੀ ਦੇਸ਼ਾਂ ਵਿੱਚ ਪਹਿਲਾਂ ਸਮਿਆਂ ਵਿੱਚ ਜੇ ਲੀਪ ਈਅਰ ਵਿੱਚ ਇੱਕ ਕੁੜੀ ਮੁੰਡੇ ਨੂੰ ਪ੍ਰਪੋਜ਼ ਕਰੇ ਤੇ ਮੁੰਡਾ ਜੇ ਕਿਸੇ ਪਾਸੇ ਵਚਨਬੱਧ ਨਾ ਹੋਏ, ਕਿਤੇ ਕਮਿਟਡ ਨਾ ਹੋਏ ਤਾਂ ਉਸਨੂੰ ਹਾਂ ਹੀ ਕਰਨੀ ਪੈਂਦੀ ਹੈ ਤੇ ਇਸ ਕਰਕੇ ਲਿਖਿਆ ਸੀਗਾ। ਤੇ ਕਈ ਲੋਕ ਇਹ ਵੀ ਮੰਨਣ ਕਿ ਇਸ ਸਿਗਨੀਫੀਕੈਂਸ ਹੈ ਕਿ ਵਿਆਹ ਕਰਕੇ ਅਸੀਂ ਲੀਪ ਫਾਰਵਰਡ ਲੈ ਲਈਏ ਤੇ ਲੀਪ ਈਅਰ ਲਿਖਣ ਦਾ ਸਿਗਨੀਫੀਕੈਂਸ ਹੈ ਕਿ ਜਿਹੜਾ ਮੈਲਕਮ ਹੈ ਉਹ ਵਿਆਹ ਲਈ ਤਿਆਰ ਹੋ ਜਾਏ, ਉਸਦਾ ਪ੍ਰਪੋਜ਼ਲ ਹੈ ਉਹ ਅਸੈਪਟ ਕਰ ਲੈ। ਤੇ ਉਸ ਤੋਂ ਬਾਅਦ ਕੀ ਹੁੰਦਾ ਤੇ ਫੈਬ 1972 ਵਿੱਚ ਮੈਲਕਮ ਹੈ ਬਾਰਬ ਨੂੰ ਲੈਂਗਲੇ ਸ਼ਹਿਰ ਵਿੱਚ ਇੱਕ ਜੁਐਲਰੀ ਸ਼ਾਪ ਵਿੱਚ ਲੈ ਜਾਂਦਾ ਤੇ ਉੱਥੇ ਜਾ ਕੇ ਉਸਨੂੰ ਕਹਿੰਦਾ ਵੀ ਇੰਗੇਜਮੈਂਟ ਰਿੰਗ ਨੂੰ ਸਿਲੈਕਟ ਕਰ ਲੈ ਤੇ ਇਸ ਦਾ ਮਤਲਬ ਹੈ ਕਿ ਉਸਨੇ ਮੈਰਿਜ ਪ੍ਰਪੋਜ਼ਲ ਨੂੰ ਅਸੈਪਟ ਕਰ ਲਿਆ ਤੇ 21 ਜੁਲਾਈ 1973 ਵਿੱਚ ਦੋਹਾਂ ਦਾ ਵਿਆਹ ਹੋ ਜਾਂਦਾ, ਦੋਹਾਂ ਦੀ ਮੈਰਿਜ ਹੋ ਜਾਂਦੀ ਹੈ। ਤੇ ਹੁਣ ਮੈਲਕਮ ਦੀ ਬਹਾਦਰੀ ਦੀ ਖਬਰ ਕਿ ਉਸਨੇ ਬਹਾਦਰੀ ਨਾਲ ਗ੍ਰਿਜ਼ਲੀ ਦਾ ਮੁਕਾਬਲਾ ਕੀਤਾ ਅਤੇ ਬਾਰਬ ਦੀ ਜਾਨ ਬਚਾਈ ਤੇ ਮੈਲਕਮ ਦੀ ਬਹਾਦਰੀ ਦੀ ਖਬਰ ਪੂਰੇ ਕੈਨੇਡਾ ਵਿੱਚ ਫੈਲ ਜਾਂਦੀ ਹੈ ਤੇ ਉਸਨੂੰ ਰਾਇਲ ਹਿਊਮਨ ਸੁਸਾਇਟੀ ਲੰਡਨ ਵੱਲੋਂ ਸਟੈਨਹੋਪ ਗੋਲਡ ਮੈਡਲ ਦਿੱਤਾ ਜਾਂਦਾ ਤੇ ਇਸ ਤੋਂ ਇਲਾਵਾ ਰਾਇਲ ਕੈਨੇਡੀਅਨ ਹਿਊਮਨ ਐਸੋਸੀਏਸ਼ਨ ਵੱਲੋਂ ਵੀ ਉਸਨੂੰ ਗੋਲਡ ਮੈਡਲ ਦਿੱਤਾ ਜਾਂਦਾ ਅਤੇ ਕਾਰਨੇਗੀ ਹੀਰੋ ਫੰਡ ਕਮਿਸ਼ਨ ਵੱਲੋਂ ਕਾਰਨੇਗੀ ਮੈਡਲ ਫॉर ਹੀਰੋਇਜ਼ਮ ਦਿੱਤਾ ਜਾਂਦਾ। ਤੇ ਅੱਜ ਕੱਲ੍ਹ ਵੈਨਕੂਵਰ ਦੇ ਨੇੜੇ ਉਹ ਦੋਵੇਂ ਰਹਿੰਦੇ ਹਨ ਤੇ ਕਦੇ-ਕਦੇ ਬਾਰਬ ਤੋਂ ਪੁੱਛਿਆ ਜਾਂਦਾ ਹੈ ਕਿ ਤੂੰ ਉਸ ਨਾਲ ਵਿਆਹ, ਮੈਲਕਮ ਨਾਲ ਵਿਆਹ ਐਜ਼ ਅ ਸੈਂਸ ਆਫ ਓਬਲੀਗੇਸ਼ਨ ਕੀਤਾ ਕਿ ਤੂੰ ਉਸਦੀ ਅਹਿਸਾਨਮੰਦ ਸੀ ਵੀ ਉਸਨੇ ਤੇਰੀ ਜਾਨ ਬਚਾਈ, ਇਸ ਕਰਕੇ ਤੂੰ ਉਸ ਨਾਲ ਵਿਆਹ ਕੀਤਾ। ਤੇ ਬਾਰਬ ਕੀ ਕਹਿੰਦੀ ਹੈ ਕਿ ਬਾਰਬ ਕਹਿੰਦੀ ਹੈ ਕਿ ਮੈਂ ਐਕਸੀਡੈਂਟ ਤੋਂ ਪਹਿਲਾਂ ਵੀ ਉਸਨੂੰ ਪਿਆਰ ਕਰਦੀ ਸੀ ਤੇ ਮੈਂ ਹਮੇਸ਼ਾ ਹੀ ਉਸਨੂੰ ਪਿਆਰ ਕਰਦੀ ਰਹਾਂਗੀ। ਹੈਂਡੀਕੈਪ ਸ਼ੁੱਡ ਬੀ ਅਸੈਪਟਡ ਇਨ ਲਾਈਫ ਐਂਡ ਸਕਾਰਸ ਡੋਂਟ ਚੇਂਜ ਅ ਪਰਸਨ, ਜਿਹੜੇ ਫੇਸ ਦੇ ਨਿਸ਼ਾਨ ਹੁੰਦੇ ਹਨ ਤੇ ਉਸ ਨਾਲ ਜਿਹੜਾ ਪਰਸਨ ਹੈ ਉਹ ਚੇਂਜ ਨਹੀਂ ਹੁੰਦਾ। ਤੇ ਇਸ ਤਰ੍ਹਾਂ ਕਹਾਣੀ ਖਤਮ ਹੋ ਜਾਂਦੀ ਹੈ। ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਕੁਐਸਚਨ ਆਨਸਰਸ ਕਰਾਂਗੇ।